ਪਵਿੱਤ ਹੋਏ ਸੇ ਜਨਾ, ਜਿਨੀ ਹਰਿ ਧਿਆਇਆ। ਹਰਿ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਪਵਿੱਤ ਹੋਏ ਸੇ ਜਨਾ, ਜਿਨੀ ਹਰਿ ਧਿਆਇਆ। ਹਰਿ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਿਜ ਨ ਉਪਜੇ, ਵਿਣ ਸਹਜੈ ਸਹਸਾ ਨ ਜਾਏ। ਨ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਸਾ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ, ਏ ਸਹਸਾ ਇਵ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ, ਏ ਸਹਸਾ ਇਵ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ ਤੇ ਸੁਭਾਇਮਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ, ਚਰਨ ਸ਼ਰਨ ਵਿਖੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਤਿਕਾਰ ਸਨਮਾਨਯੋਗ ਸਾਧ ਸੰਗਤ, ਸਤਿਗੁਰੂ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਹੋਈਆਂ ਹਨ। ਗੁਰੂ ਚਰਨਾਂ ਵਿਖੇ ਗੁਰੂ ਦਰਬਾਰ 'ਚ ਜੁੜ ਮਿਲ ਬੈਠੇ ਹਾਂ। ਪਾਵਨ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤੇ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਬਚਨ, ਵੀਰ ਰਸ ਭਰੇ ਬਚਨ ਔਰ ਸਿੱਖੀ ਮਹਿਲ ਅੰਦਰ ਪ੍ਰਵੇਸ਼ ਕਰਨ ਦੇ ਲਈ ਜਿਹੜੇ ਦਰਵਾਜ਼ੇ ਤੋਂ ਲੰਘ ਕੇ ਆਉਣਾ ਪੈਂਦਾ ਹੈ, ਉਹਦੇ ਬਾਰੇ ਸਾਨੂੰ ਸਮਝ ਬਖਸ਼ਣ ਵਾਲੇ, ਜਾਣੂ ਕਰਵਾਉਣ ਵਾਲੇ ਇਹ ਬਚਨ ਹਨ ਕਿ ਇਹ ਜਿਹੜਾ ਸਿੱਖੀ ਦਾ ਮਾਰਗ ਹੈ, ਗੁਰੂ ਪ੍ਰੇਮ ਦਾ ਮਾਰਗ ਹੈ, ਇਹ ਸਮਰਪਿਤ ਹੋਣ ਦਾ ਮਾਰਗ ਹੈ। ਆਪਣਾ ਆਪ ਸਮਰਪਿਤ ਕਰਨਾ, ਆਪਣਾ ਆਪ ਗੁਰੂ ਨੂੰ ਭੇਟ ਕਰਨਾ, ਇਹ ਪ੍ਰਥਮ ਇਸ ਮਾਰਗ ਤੇ ਚੱਲਣ ਦੇ ਲਈ ਜ਼ਰੂਰੀ ਹੈ।
ਔਰ ਇਹ ਵੇਖੋ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ, ਤੇ ਜੋ ਗੁਰੂ ਨਾਨਕ ਦੇਵ ਜੀ ਨੇ ਬਚਨ ਕਹੇ ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਕਿ ਹੈ ਕੋਈ ਗੁਰੂ ਕਾ ਬੇਟਾ ਜਿਹੜਾ ਕਰੇ ਸੀਸ ਭੇਟਾ, ਕੇਸਗੜ੍ਹ ਆਨੰਦਪੁਰ ਸਾਹਿਬ ਵਿਖੇ। ਔਰ ਜੋ ਗੁਰੂ ਨਾਨਕ ਜੀ ਨੇ ਕਿਹਾ ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਹੈ, ਕਿਉਂਕਿ ਠੀਕ ਹੈ ਸਮੇਂ ਦੇ ਨਾਲ ਸਰੀਰ ਬਦਲਦੇ ਰਹੇ ਨੇ, ਕਿਉਂਕਿ ਸਰੀਰ ਦੀ ਇੱਕ ਉਮਰ ਹੈ ਪਰ ਸੱਚ ਦੀ ਕੋਈ ਉਮਰ ਨਹੀਂ ਹੈ। ਸੱਚ ਤਾਂ ਸਦੀਵ ਕਾਲ ਦੇ ਲਈ ਹੈ। ਸੱਚ ਕਦੇ ਬੁੱਢਾ ਨਹੀਂ ਹੁੰਦਾ ਹੈ, ਸੱਚ ਕਦੇ ਮਰਦਾ ਨਹੀਂ ਹੈ। ਸੱਚ ਤਾਂ ਹਮੇਸ਼ਾ ਹੈ, ਹਮੇਸ਼ਾ। ਤੇ ਗੁਰੂ ਨਾਨਕ ਜੀ ਨੇ ਇੱਕ ਸੱਚ ਦੀ ਵਿਚਾਰ ਸੰਸਾਰ ਦੇ ਸਾਹਮਣੇ ਰੱਖੀ। ਹੁਣ ਉਹ ਇੱਕ ਸਰੀਰ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਠੀਕ ਹੈ 70 ਸਾਲ ਦੀ ਉਮਰ ਹੋਈ, ਉਹ ਸਰੀਰ ਜੋਤੀ ਜੋਤ ਉਹ ਸਮਾਏ, ਪਰ ਜਿਹੜਾ ਇੱਕ ਹੋਕਾ, ਜਿਹੜਾ ਇੱਕ ਸੰਦੇਸ਼, ਜਿਹੜੀ ਇੱਕ ਜੀਵਨ ਜੁਗਤ ਵਿਚਾਰ ਧਾਰਾ ਉਹਨਾਂ ਨੇ ਸਮਾਜ ਸਾਹਮਣੇ ਰੱਖੀ, ਉਹ ਖਤਮ ਨਹੀਂ ਹੋਈ, ਉਹ ਅੱਜ ਵੀ ਜੁਗੋ ਜੁਗ ਅਟਲ ਹੈ। ਜੋਤ 오ਹਾ ਜੁਗਤ ਸਾਏ ਸਕਾਇਆ ਫੇਰ ਪਲਟੀ ਹੈ। ਤੇ ਇਸ ਸਿੱਖੀ ਮਾਰਗ ਤੇ ਚੱਲਣ ਦੇ ਲਈ ਜਿਹੜੀ ਸ਼ਰਤ ਗੁਰੂ ਨਾਨਕ ਜੀ ਦੇ ਸਮੇਂ ਸੀ ਉਹੀ ਸ਼ਰਤ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ, ਤੇ ਉਹੀ ਸ਼ਰਤ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੇਂ ਹੈ ਕਿ ਜੇ ਇਸ ਮਾਰਗ ਤੇ ਆਉਣਾ ਹੈ ਨਾ, ਤੇ ਫਿਰ ਸਿਰ ਧਰ ਤਲੀ ਗਲੀ ਮੇਰੀ ਆਓ, ਭਾਵ ਆਪਣੇ ਮਨ ਦਾ ਮਦ ਛੱਡਣਾ, ਹੰਕਾਰ ਛੱਡਣਾ, ਆਪਣੀ ਸੋਚ ਨੂੰ ਛੱਡ ਕੇ ਆਉਣਾ ਪਵੇਗਾ। ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਏ। ਸੋ ਸਤਿਗੁਰੂ ਮਿਹਰ ਕਰਨ, ਗੁਰੂ ਮਹਾਰਾਜ ਜੀ ਦੇ ਇਹ ਬਚਨਾਂ ਦੀ ਸਾਨੂੰ ਸਮਝ ਪਵੇ। ਰੋਜ਼ ਆਪਾਂ ਗੁਰੂ ਦਰਬਾਰ 'ਚ ਆਉਂਦੇ ਹਾਂ, ਮੱਥਾ ਟੇਕਦੇ, ਇਹਦਾ ਭਾਵ ਵੀ ਇਹੀ ਹੈ ਕਿ ਗੁਰੂ ਨੂੰ ਸਮਰਪਿਤ ਹੋਣਾ, ਆਪਣਾ ਆਪ ਗੁਰੂ ਨੂੰ ਭੇਟ ਕਰਨਾ, ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦੇਣਾ। ਜਿੱਥੇ ਸਰੀਰ ਕਰਕੇ ਝੁਕਦੇ ਹਾਂ ਉੱਥੇ ਮਨ ਕਰਕੇ ਵੀ ਗੁਰੂ ਅੱਗੇ ਝੁਕ ਜਾਈਏ, ਨਿਭ ਜਾਈਏ, ਗੁਰੂ ਦੀਆਂ ਖੁਸ਼ੀਆਂ ਮਿਲਣ, ਗੁਰੂ 'ਚ ਹੀ ਅਭੇਦ ਹੋ ਜਾਈਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਆਨੰਦ ਸਾਹਿਬ ਦੀ ਵਿਚਾਰ ਚੱਲ ਰਹੀ ਹੈ, ਔਰ ਗੁਰੂ ਕੀ ਕਿਰਪਾ ਸਦਕਾ ਇਸ ਬਾਣੀ ਦੀਆਂ 16 ਪੌੜੀਆਂ ਤੱਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ। ਕੱਲ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ ਸੀ, 16 ਨੰਬਰ ਪੌੜੀ 'ਚ ਮਹਾਰਾਜ ਨੇ ਬੜੀ ਪਿਆਰੀ ਇੱਕ ਜੀਵਨ ਨੂੰ ਸੇਧ ਦੇਣ ਵਾਲੀ ਵਿਚਾਰ ਸਾਡੇ ਸਾਹਮਣੇ ਰੱਖੀ ਕਿ ਇੱਕ ਫਿਰੈ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਬੜੇ ਲੋਕ ਫਿਰਦੇ ਨੇ, ਗੱਲਾਂ ਬੜੀਆਂ, ਬਾਹਰ ਦੇ ਦਾਅਵੇ ਬੜੇ, ਪਰ ਇਹ ਮਾਰਗ ਗੱਲਾਂ ਬਾਤਾਂ ਦਾ ਮਾਰਗ ਨਹੀਂ ਹੈ, ਇਹ ਤੇ ਸਮਰਪਿਤ ਹੋਣ ਦਾ ਮਾਰਗ ਹੈ। ਅੱਜ 17 ਨੰਬਰ ਪੌੜੀ 'ਚ ਸਤਿਗੁਰੂ ਫਰਮਾਨ ਕਰਦੇ ਹਨ ਕਿ ਕਿਵੇਂ ਅਸੀਂ ਨਿਰਮਲ ਬਣ ਸਕਦੇ ਹਾਂ, ਸ਼ੁੱਧ ਪਵਿੱਤਰ ਕਿਵੇਂ ਬਣ ਸਕਦੇ ਹਾਂ, ਚੰਗੇ ਆਚਾਰ ਤੇ ਕਿਰਦਾਰ ਤੇ ਚੰਗੇ ਵਿਹਾਰ ਵਾਲੇ ਕਿੱਦਾਂ ਬਣ ਸਕਦੇ ਹਾਂ। ਇੱਕ ਜਗ੍ਹਾ ਸਤਿਗੁਰੂ ਜੀ ਦਾ ਬਚਨ ਹੈ, ਕਹਿੰਦੇ ਸੱਚੋਂ ਉਰੈ ਸਭ ਕੋ ਉਪਰ ਸੱਚ ਆਚਾਰ। ਸਾਰਾ ਕੁਝ ਸੱਚ ਤੋਂ ਥੱਲੇ ਹੈ, ਪਰ ਹਾਂ ਜੇ ਸੱਚ ਤੋਂ ਵੀ ਕੋਈ ਚੀਜ਼ ਉੱਪਰ ਹੈ ਨਾ, ਉਹ ਹੈ ਸੱਚਾ ਆਚਾਰ, ਸੱਚਾ ਕਿਰਦਾਰ। ਹੁਣ ਉਹ ਸੱਚਾ ਆਚਾਰ ਤੇ ਸੱਚਾ ਕਿਰਦਾਰ ਬਣ ਕਿੱਦਾਂ ਸਕਦਾ ਹੈ? ਧੰਨ ਗੁਰੂ ਅਮਰਦਾਸ ਮਹਾਰਾਜ ਇਸ ਪੌੜੀ 'ਚ ਸਮਝਾ ਰਹੇ, ਕਹਿੰਦੇ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਜਿਨ੍ਹਾਂ ਨੇ ਮਾਲਕ ਨੂੰ ਧਿਆਇਆ, ਪਰਮੇਸ਼ਰ ਨੂੰ ਧਿਆਇਆ, ਜਿਹੜੇ ਮਾਲਕ ਦੇ ਨਾਮ ਦੇ ਨਾਲ ਜੁੜ ਗਏ, ਉਹ ਪਾਵਨ ਜੀਵਨ ਵਾਲੇ ਬਣੇ, ਨਿਰਮਲ ਜੀਵਨ ਵਾਲੇ ਬਣੇ, ਚੰਗੇ ਆਚਾਰ ਤੇ ਕਿਰਦਾਰ ਵਾਲੇ ਬਣੇ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਧੰਨ ਗੁਰੂ ਨਾਨਕ ਦੇਵ ਜੀ ਨੇ ਵੇਖੋ ਜਪਜੀ ਸਾਹਿਬ ਦੀ ਬਾਣੀ 'ਚ
ਬਿਲਕੁਲ ਸਪਸ਼ਟ ਸ਼ਬਦਾਂ 'ਚ ਸਾਨੂੰ ਇਹ ਚੀਜ਼ ਸਮਝਾਈ ਕਿ ਕਿਵੇਂ ਅੰਦਰ ਦੀ ਪਵਿੱਤਰਤਾ ਬਣ ਸਕਦੀ ਹੈ। ਕਿਉਂਕਿ ਇੱਕ ਹੈ ਸਾਡੇ ਤਨ ਦੀ ਮੈਲ, ਇੱਕ ਹੈ ਮਨ ਦੀ ਮੈਲ। ਤਨ ਦੀ ਮੈਲ ਵੱਖਰੀ ਹੈ, ਉਸ ਮੈਲ ਨੂੰ ਧੋਣ ਦਾ ਤਰੀਕਾ ਵੱਖਰਾ ਹੈ। ਉਹ ਮੈਲ ਲੱਗਣ ਦੇ ਤਰੀਕੇ ਵੀ ਵੱਖਰੇ ਹਨ। ਮਨ ਦੀ ਮੈਲ ਵੱਖਰੀ ਹੈ, ਉਹ ਮੈਲ ਨੂੰ ਧੋਣ ਦਾ ਤਰੀਕਾ ਵੱਖਰਾ ਹੈ, ਮੈਲ ਦੇ ਲੱਗਣ ਦਾ ਤਰੀਕਾ ਵੀ ਵੱਖਰਾ ਹੈ। ਤਨ ਤੇ ਮਨ ਦੀ ਮੈਲ ਬਿਲਕੁਲ ਡਿਫਰੈਂਟ, ਅਲੱਗ ਅਲੱਗ ਹੈ। ਮਹਾਰਾਜ ਕਹਿੰਦੇ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਕੇ। ਸਰੀਰ ਨੂੰ, ਕੱਪੜਿਆਂ ਨੂੰ, ਚਿਹਰੇ ਨੂੰ, ਹੱਥਾਂ ਨੂੰ, ਪੈਰਾਂ ਨੂੰ ਮੈਲ ਲੱਗਦੀ ਹੈ। ਬੜਾ ਸਿੱਧਾ ਜਿਹਾ ਤਰੀਕਾ ਹੈ। ਆਪਾਂ ਪਾਣੀ 'ਚੋਂ ਨਹਾਉਂਦੇ, ਇਸ਼ਨਾਨ ਕਰਦੇ ਹਾਂ ਤੇ ਮੈਲ ਉਤਰ ਜਾਂਦੀ ਹੈ। ਸਾਡੇ ਕੱਪੜੇ ਵੀ ਮੈਲੇ ਹੁੰਦੇ ਨੇ ਜਿਹੜੇ ਆਪਾਂ ਤਨ ਤੇ ਪਹਿਨਦੇ ਹਾਂ। ਤੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ। ਜਿਵੇਂ ਸਰੀਰ ਦੀ ਮੈਲ ਉਤਾਰਨ ਦੇ ਲਈ ਸਾਬਣ ਦੀ ਵਰਤੋਂ ਅੱਜ ਕੱਲ੍ਹ ਆਪਾਂ ਕਰਦੇ ਹਾਂ, ਇਸੇ ਤਰ੍ਹਾਂ ਕੱਪੜਿਆਂ ਨੂੰ ਮੈਲ ਲੱਗਦੀ ਹੈ ਪਾਣੀ ਦੇ ਨਾਲ। ਆਪਾਂ ਸਾਬਣ ਦੀ, ਸਰਫ ਦੀ, ਹੋਰ ਜਿਹੜੇ ਸਮੇਂ ਦੇ ਨਾਲ ਡਿਟਰਜੈਂਟ ਸਾਧਨ ਹਨ ਉਹਨਾਂ ਦੀ ਵਰਤੋਂ ਕਰਦਿਆਂ ਹੋਇਆਂ ਤੇ ਉਹ ਤਨ ਦੀ ਜਾਂ ਤਨ ਤੇ ਲੱਗੇ ਪਹਿਨਣ ਵਾਲੇ ਕੱਪੜਿਆਂ ਦੀ ਮੈਲ ਉਤਾਰਦੇ ਹਨ। ਹੁਣ ਇਹ ਤੇ ਹੈ ਬਾਹਰ ਦੀ ਗੱਲ। ਮਨ ਦੀ ਮੈਲ ਅੰਦਰ ਹੈ। ਤੇ ਸਤਿਗੁਰੂ ਕਹਿੰਦੇ ਇੱਕ ਤਾਂ ਇਹ ਗੱਲ ਚੇਤੇ ਰੱਖੀ ਕਿ ਤਨ ਧੋਣ ਦੇ ਨਾਲ ਮਨ ਦੀ ਮੈਲ ਨਹੀਂ ਉਤਰਨੀ ਹੈ, ਤੇ ਦੂਜਾ ਪੱਖ ਇਹ ਵੀ ਹੈ ਕਿ ਜਿਹੜੀ ਮਨ ਧੋਣ ਦਾ ਤਰੀਕਾ ਹੈ ਉਹਦੇ ਨਾਲ ਮਨ ਦੀ ਮੈਲ ਉਤਰਦੀ ਹੈ। ਤਨ ਦੀ ਮੈਲ ਉੱਥੇ ਹੀ ਖਲੋਤੀ ਹੈ। ਨਹੀਂ ਕਿ ਬੰਦਾ ਜਿਵੇਂ ਤਨ ਦੇ ਸਾਧਨ ਦੇ ਨਾਲ ਮਨ ਦੀ ਮੈਲ ਨਹੀਂ ਉਤਾਰ ਸਕਦਾ, ਏਦਾਂ ਮਨ ਦੇ ਸਾਧਨ ਦੇ ਨਾਲ ਤਨ ਦੀ ਮੈਲ ਵੀ ਨਹੀਂ ਲਾਈ ਜਾ ਸਕਦੀ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਮਾੜੀ ਸੰਗਤ ਬੰਦਾ ਕਰਦਾ ਹੈ, ਮਾੜਾ ਵੇਂਦਾ ਹੈ, ਮਾੜਾ ਸੁਣਦਾ ਹੈ, ਉਹ ਜਗਤ ਵਰਤਾਰੇ ਚੋਂ ਵੇਖੋ। ਹੁਣ ਕਈ ਵਾਰ ਜ਼ਰੂਰੀ ਨਹੀਂ ਹੈ ਕਿ ਬੰਦਾ ਕਿਸੇ ਗੰਦੀ ਜਗ੍ਹਾ ਤੇ ਜਾਵੇ, ਮੈਲੀ ਜਗ੍ਹਾ ਤੇ ਜਾਵੇ ਤੇ ਫੇਰ ਹੀ ਸਾਡਾ ਤਨ ਜਾਂ ਤਨ ਤੇ ਪਹਿਨੇ ਹੋਏ ਕੱਪੜੇ ਮੈਲੇ ਹੁੰਦੇ ਹਨ। ਸਰੀਰ ਦੇ ਵਿੱਚੋਂ ਵੀ ਗੰਦਗੀ ਬਾਹਰ ਨਿਕਲਦੀ ਹੈ, ਪਸੀਨਾ ਆਦਿਕ, ਉਹਦੇ ਨਾਲ ਵੀ ਸਾਡੇ ਤਨ ਦੇ ਜਿਹੜੇ ਕੱਪੜੇ ਹਨ, ਤਨ ਹੈ, ਉਹ ਮੈਲਾ ਹੁੰਦਾ ਹੈ। ਇਸ ਕਰਕੇ ਪ੍ਰੋਪਰ ਨਹਾਉਣਾ ਪੈਂਦਾ ਹੈ। ਉਸ ਮੈਲ ਨੂੰ ਖਤਮ ਕਰਨ ਦੇ ਲਈ ਕੱਪੜੇ ਬਦਲਨੇ, ਧੋਣੇ ਪੈਂਦੇ ਹਨ। ਇਸੇ ਤਰ੍ਹਾਂ ਮਨ ਅੰਦਰ ਇੱਕ ਤੇ ਹੈ ਬਾਹਰ ਦੀ ਮੈਲ, ਬਾਹਰ ਦਾ ਕੁਝ ਮਾੜਾ ਵੇਖਣਾ, ਮਾੜਾ ਸੁਣਨਾ, ਮਾੜਿਆਂ ਦੀ ਸੰਗਤ 'ਚ ਬਹਿਣਾ, ਉਹਦਾ ਪ੍ਰਭਾਵ ਮਨ ਕਬੂਲਦਾ ਹੈ, ਮਨ ਮੈਲਾ ਹੁੰਦਾ ਹੈ। ਪਰ ਇਹਦੇ ਤੋਂ ਬਿਨਾਂ ਆਪਣੇ ਆਪ ਦੇ ਵਿੱਚ ਵੀ ਮਨ 'ਚੋਂ ਮਾੜੇ ਫੁਰਨੇ ਪੈਦਾ ਹੁੰਦੇ ਨੇ ਜਿਹੜੇ ਮਨ ਨੂੰ ਮੈਲਾ ਕਰਦੇ ਨੇ। ਜਿਵੇਂ ਤਨ ਨੂੰ ਮੈਲਾ ਕਰਨ ਦੇ ਲਈ ਤਨ ਦੇ ਵਿੱਚੋਂ ਹੀ ਪਸੀਨਾ, ਗੰਦਗੀ ਪੈਦਾ ਹੁੰਦੀ ਹੈ, ਉਹ ਤਨ ਨੂੰ ਮੈਲਾ ਕਰਦੀ ਹੈ। ਇਸੇ ਤਰ੍ਹਾਂ ਮਨ ਨੂੰ ਮੈਲਾ ਕਰਨ ਦੇ ਲਈ ਵੀ ਮਨ ਦੇ ਵਿੱਚੋਂ ਹੀ ਗੰਦੇ ਵਿਚਾਰ, ਮਾੜੇ ਵਿਚਾਰ, ਖਿਆਲ ਪੈਦਾ ਹੁੰਦੇ ਨੇ ਜਿਹੜੇ ਮਨ ਨੂੰ ਮੈਲਾ ਕਰਦੇ ਨੇ। ਹੁਣ ਗੁਰੂ ਕਹਿੰਦੇ ਉਹ ਧੋਣਾ ਕਿੱਦਾਂ ਹੈ? ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਉਹ ਵਾਹਿਗੁਰੂ ਦੇ ਨਾਮ ਸਦਕਾ ਧੋਤਾ ਜਾ ਸਕਦਾ ਹੈ ਮਨ ਨੂੰ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ। ਵਾਹਿਗੁਰੂ ਦਾ ਸਿਮਰਨ ਅੰਦਰ ਦੀ ਮੈਲ ਨੂੰ ਖਤਮ ਕਰਨ ਵਾਲਾ ਹੈ। ਹੁਣ ਉਹ ਸਿਮਰਨ ਜਿਹੜਾ ਸਾਡੇ ਅੰਦਰ ਦੀ ਮੈਲ ਨੂੰ ਧੋ ਸਕਦਾ ਹੈ, ਨਾਮ ਜਿਹੜਾ ਅੰਦਰ ਦੀ ਮੈਲ ਨੂੰ ਮੁਕਾ ਸਕਦਾ ਹੈ, ਉਹ ਨਾਮ ਦੀ ਦਾਤ ਮਿਲਦੀ ਕਿੱਥੋਂ ਹੈ? ਮਹਾਰਾਜ ਕਹਿੰਦੇ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਗੁਰੂ ਕੋਲੋਂ ਉਹ ਨਾਮ ਦੀ ਦਾਤ ਮਿਲਦੀ ਹੈ। ਗੁਰੂ ਨਾਮ ਦਾ ਦਾਤਾ ਹੈ। ਸਿਮਰਨ ਦਾ ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ, ਸਤਿਗੁਰ ਪਾਈਐ ਪੂਰਾ ਨਾਵਣ, ਪਸ਼ੂ ਪਰੇ ਤੋਂ ਦੇਵ ਕਰੇ। ਭੱਟ ਸਾਹਿਬਾਨ ਗੁਰੂ ਕੀ ਵਡਿਆਈ ਕਰਦਿਆਂ ਬਚਨ ਕਰਦੇ ਕਹਿੰਦੇ ਕੱਚੋ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਹ ਹੋਇਓ ਲਾਲ ਨਦਰ, ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਭਏ। ਜਿਨ੍ਹਾਂ ਨੇ ਗੁਰੂ ਦੇ ਚਰਨ ਪਰਸ ਲਏ,
ਗੁਰੂ ਅੰਦਰ ਦੀ ਪਸ਼ੂ ਬਿਰਤੀ ਵਾਲੀ ਮੈਲ ਨੂੰ ਧੋ ਦਿੰਦੇ ਹਨ। ਗੁਰੂ ਅੰਦਰ ਨੂੰ ਦੇਵ ਬਿਰਤੀ ਤੱਕ ਖੜਦੇ ਹਨ। ਉਹ ਜਿੱਥੋਂ ਗੁਰਦ ਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲੀਏ ਦਰਵਾਜੇ ਬਾਜੀ ਲੈ ਅਨਹਦ ਬਾਜੇ। ਗੁਰੂ ਉਹ ਰਸਤਾ ਹੀ ਬੰਦ ਕਰ ਦਿੰਦੇ ਜਿੱਥੋਂ ਮਾੜੇ ਖਿਆਲ ਵਿਚਾਰ ਮੈਲ ਇਸ ਮਨ ਤੱਕ ਪਹੁੰਚਦੀ ਹੈ। ਸੋ ਮਹਾਰਾਜ ਕਹਿੰਦੇ ਮਾਲਕ ਦਾ ਨਾਮ ਧਿਆਇਆ ਅੰਦਰ ਨੂੰ ਪਵਿੱਤਰਤਾ ਸ਼ੁੱਧਤਾ ਮਿਲਦੀ ਹੈ ਤੇ ਜੀਵ ਉੱਚੇ ਆਚਾਰ ਕਿਰਦਾਰ ਵਾਲਾ ਬਣਦਾ ਹੈ ਤੇ ਉਹ ਨਾਮ ਦੀ ਦਾਤ ਗੁਰੂ ਕੋਲੋਂ ਮਿਲਦੀ ਹੈ। ਜਿਹਨੇ ਗੁਰਮੁਖ ਬਣ ਕੇ ਨਾਮ ਨੂੰ ਧਿਆਇਆ ਫਿਰ ਉਹਦਾ ਜੀਵਨ ਨਿਰਮਲ ਬਣਿਆ ਤੇ ਉਹ ਨਿਰਮਲਤਾਈ ਫਿਰ ਕੇਵਲ ਇੱਕ ਵਿਅਕਤੀ ਤੱਕ ਸੀਮਤ ਨਹੀਂ ਰਹਿੰਦੀ ਹੈ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ। ਜਪਣ ਵਾਲੇ ਦੇ ਜੀਵਨ ਦਾ ਪ੍ਰਭਾਵ ਵੇਵ ਐਸੀਆਂ ਪਾਵਰਫੁੱਲ ਹੁੰਦੀਆਂ ਨੇ ਕਿ ਉਹ ਆਪ ਤੇ ਆਪਣਾ ਜੀਵਨ ਸਵਾਰਦਾ ਹੀ ਹੈ। ਮਹਾਰਾਜ ਕਹਿੰਦੇ ਮਾਤਾ ਪਿਤਾ ਪਰਿਵਾਰ ਹੋਰ ਕਈਆਂ ਦਾ ਜਿਹੜੇ ਉਹਦੇ ਸੰਗੀ ਸਾਥੀ ਵੀ ਹੁੰਦੇ ਨੇ ਉਹ ਉਹਨਾਂ ਦਾ ਜੀਵਨ ਵੀ ਬਦਲ ਦਿੰਦਾ ਹੈ। ਮੰਨੈ ਪਰਵਾਰੈ ਸਾਧਾਰ ਜਾਂ ਗੁਰੂ ਕਹਿੰਦੇ ਮੰਨੈ ਤਰੇ ਤਾਰੇ ਗੁਰ ਸਿੱਖ, ਜੇ ਕੋ ਉਸਕਾ ਸੰਗੀ ਹੋਏ ਨਾਲੇ ਲਏ ਸਦਾਏ। ਗੁਰਮੁਖ ਦੇ ਜੀਵਨ ਦਾ ਇਹ ਪ੍ਰਤਾਪ ਤੇ ਪ੍ਰਭਾਵ ਹੈ। ਉਹ ਆਪ ਤਾਂ ਆਪਣੇ ਆਪ ਨੂੰ ਸਵਾਰਦਾ ਹੀ ਸਵਾਰਦਾ ਹੈ। ਜਿਹੜਾ ਜਿਹੜਾ ਗੁਰਮੁਖ ਦੇ ਸੰਪਰਕ ਦੇ ਵਿੱਚ ਆਉਂਦਾ ਜਾਂਦਾ ਹੈ ਉਹਦੇ ਨਾਲ ਜੁੜਦਾ ਜਾਂਦਾ, ਉਹਦਾ ਸੰਗੀ ਬਣਦਾ ਜਾਂਦਾ ਹੈ, ਗੁਰਮੁਖ ਉਹਦਾ ਵੀ ਜੀਵਨ ਸਵਾਰਦਾ ਤੇ ਸੁਧਾਰਦਾ ਜਾਂਦਾ ਹੈ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਐਸਾ ਨਿਰਮਲਤਾਈ ਬਖਸ਼ਣ ਵਾਲਾ ਹੈ। ਜਿਹੜੇ ਉਸ ਨਾਮ ਨੂੰ ਜਪਦੇ ਨੇ ਉਹ ਵੀ ਪਵਿੱਤਰ ਨਿਰਮਲ ਉੱਚੇ ਆਚਾਰ ਵਾਲੇ ਬਣਦੇ ਨੇ। ਜਿਹੜੇ ਨਾਮ ਨੂੰ ਸੁਣਦੇ ਹਨ ਉਹਨਾਂ ਦਾ ਜੀਵਨ ਵੀ ਸਵਰਦਾ ਨਿਰਮਲ ਬਣਦਾ ਹੈ ਤੇ ਜਿਨ੍ਹਾਂ ਨੇ ਨਾਮ ਨੂੰ ਮਨ 'ਚ ਵਸਾ ਲਿਆ ਉਹਨਾਂ ਦੇ ਜੀਵਨ ਅੰਦਰ ਵੀ ਨਿਰਮਲਤਾਈ ਭਾਵ ਕਿਸੇ ਵੀ ਰੂਪ ਦੇ ਵਿੱਚ ਆਪਾਂ ਜੁੜੀਏ ਨਾਮ ਖਜ਼ਾਨੇ ਸਿਮਰਨ ਦੇ ਨਾਲ ਜੁੜਨਾ ਹੈ। ਕੋਈ ਕਹਿ ਰਿਹਾ ਹੈ, ਕੋਈ ਸੁਣ ਰਿਹਾ ਹੈ, ਕੋਈ ਮਨ 'ਚ ਵਸਾਉਂਦਾ ਪਿਆ ਹੈ, ਕਿਸੇ ਵੀ ਤਰੀਕੇ ਦੇ ਨਾਲ ਗੱਲ ਹੈ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਨ ਦੀ, ਅੰਦਰ ਨਾਮ ਨੂੰ ਵਸਾਉਣ ਦੀ, ਅੰਦਰ ਨਾਮ ਨੂੰ ਧਾਰਨ ਕਰਨ ਦੀ। ਤੇ ਜਿਨੇ ਉਹ ਨਾਮ ਦੀ ਦਾਤ ਨੂੰ ਅੰਦਰ ਧਾਰਨ ਕਰ ਲਿਆ ਉਹਦਾ ਜੀਵਨ ਬਦਲਦਾ ਹੀ ਬਦਲਦਾ ਹੈ। ਮਹਾਰਾਜ ਕਹਿੰਦੇ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਸੇ ਪਵਿੱਤ ਉਹ ਪਾਵਨ ਹਨ, ਉਹ ਨਿਰਮਲ ਹਨ। ਜਿਨੀ ਗੁਰਮੁਖ ਹਰ ਹਰ ਧਿਆਇਆ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਹਰੀ ਨੂੰ ਧਿਆਇਆ, ਪਰਮਾਤਮਾ ਨੂੰ ਧਿਆਇਆ। ਕਿਉਂਕਿ ਧਿਆਇਆ ਹੀ ਗੁਰੂ ਦੇ ਰਾਹੀਂ ਜਾ ਸਕਦਾ ਹੈ। ਗੁਰੂ ਤੋਂ ਬਿਨਾਂ ਮਨੁੱਖ ਧਿਆਨ ਦੇ ਮਾਰਗ ਤੇ ਸਿਮਰਨ ਦੇ ਇਬਾਦਤ ਦੇ ਮਾਰਗ ਤੇ ਚੱਲ ਨਹੀਂ ਸਕਦਾ ਹੈ। ਇਹ ਜਿਹੜਾ ਸਾਡਾ ਮਨ ਹੈ ਖਿੰਨ ਖਿੰਨ ਇਹਦੇ ਭਟਕਣ ਤੇ ਡੋਲਣ ਦਾ ਖਤਰਾ ਬਣਿਆ ਰਹਿੰਦਾ ਹੈ। ਗੁਰੂ ਹੀ ਕਿਰਪਾ ਕਰਕੇ ਸਾਨੂੰ ਪੂਰਨ ਅਗਵਾਈ ਬਖਸ਼ਦੇ ਹਨ। ਤੇ ਗੁਰੂ ਦੀ ਵਡਿਆਈ ਇਹ ਹੈ ਕਿ ਗੁਰੂ ਇਹ ਨਹੀਂ ਕਿ ਉਪਦੇਸ਼ ਦਿੱਤਾ ਤੇ ਆਪਣਾ ਕੰਮ ਖਤਮ। ਗੁਰੂ ਤੇ ਬਾਹਾਂ ਪਕੜ ਸਤਿਗੁਰ ਨਿਸਤਾਰਾ। ਇੱਕ ਹੈ ਆਪਾਂ ਰਸਤਾ ਪੁੱਛਿਆ, ਦੱਸਣ ਵਾਲੇ ਨੇ ਰਸਤਾ ਦੱਸ ਦਿੱਤਾ, ਹਾਂ ਜਿੱਥੇ ਤੂੰ ਜਾਣਾ ਇਹ ਰਸਤਾ ਇੱਧਰ ਵਾਲਾ ਜਾਂਦਾ, ਬਸ ਜਾਓ, ਕੰਮ ਖਤਮ। ਪਰ ਜਦੋਂ ਆਪਾਂ ਗੁਰੂ ਕੋਲੋਂ ਆ ਕੇ ਗੁਰਮਿਲ ਚੱਜ ਆਚਾਰ ਸਿੱਖ, ਗੁਰੂ ਕੋਲੋਂ ਚੱਜ ਸਿੱਖਦੇ, ਆਚਾਰ ਸਿੱਖਦੇ, ਕਿਰਦਾਰ ਸਿੱਖਦੇ ਹਾਂ ਤੇ ਗੁਰੂ ਬਸ ਇਹ ਨਹੀਂ ਕਿ ਚਾਰ ਅੱਖਰ ਕਹਿ ਦਿੱਤੇ ਤੇ ਗੱਲ ਮੁੱਕ ਗਈ। ਫਿਰ ਗੁਰੂ ਆਪ ਪੂਰੀ ਤਰ੍ਹਾਂ ਪਹਿਰੇਦਾਰ ਬਣ ਕੇ, ਅਗਵਾਈ ਕਰਨ ਵਾਲਾ ਆਗੂ ਬਣ ਕੇ ਤੇ ਓੜਕ ਤੱਕ ਫਿਰ ਸਿੱਖ ਦੀ ਬਾਹ ਫੜ ਕੇ ਰੱਖਦੇ ਹਨ। ਭਾਈ ਜੋਗੇ ਬਾਰੇ ਆਪਾਂ ਇਤਿਹਾਸ ਚੋਂ ਪੜ੍ਹਦੇ ਹਾਂ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੀ ਸ਼ਰਨ 'ਚ ਆਇਆ, ਛੋਟੀ ਉਮਰ ਸੀ, ਨਮਸਕਾਰ ਕੀਤੀ ਸਤਿਗੁਰਾਂ ਨੂੰ। ਮਹਾਰਾਜ ਨੇ ਪੁੱਛਿਆ ਪੁੱਤਰ ਤੇਰਾ ਨਾਮ ਕੀ ਹੈ? ਕਹਿਣ ਲੱਗਾ ਜੀ ਜੋਗਾ। ਕਿਹਦੇ ਜੋਗਾ? ਮਹਾਰਾਜ ਨੂੰ ਕਹਿਣ ਲੱਗਾ ਜੀ ਤੁਹਾਡੇ ਜੋਗਾ। ਸਤਿਗੁਰੂ ਕਹਿਣ ਲੱਗੇ ਕੋਈ ਨਾ, ਜੇ ਤੂੰ ਸਾਡੇ ਜੋਗਾ ਤੇ ਫਿਰ ਗੁਰੂ ਤੇਰੇ ਜੋਗਾ। ਕਿਉਂਕਿ ਗੱਲ ਦੋਵਾਂ ਪਾਸਿਆਂ ਦੀ ਹੈ। ਜਿਹਨੂੰ ਭਾਈ ਸਾਹਿਬ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ।
गल असी पहला कदम तां पुट्टीए, गुरु तां करोड़ां कदम आपे ही पुट के पहुंच जाते हैं। एक बार सतगुर सिमरन निमख मातर, सिमरन ताहे बारंबार गुर हेत है। भाई साहब कहते तू एक बार गुरु का सिमरन तां कर, गुरु का नाम ते लै, गुरु तां फिर वार वार तेनू चेते करते हैं, क्योंकि प्यार है, प्यार की खेड़ है। महाराज भाई जोगा कहने लगा, महाराज तुहाडे जोगा, वो सतगुरु कहने लगे जे तू साडे जोगा ते फिर गुरु तेरे जोगा। हुण मनुख है, कोई भी डोल सकता। वेखो इस बेईमान मन का भरोसा कोई नहीं है। कोई दावा करके नहीं कह सकता कि मेरा मन नहीं डोलेगा, मेरा मन नहीं भटक सकता है। ये मन का कोई भरोसा नहीं, ना डोले ते लख ते भी ना डोले, डोल जावे ते कख ते भी डोल जाए, किसी वक्त भी डोल सकता है। घर गया भाई जोगा, सतगुरां ने कहा जदों साडा हुक्म तेरे तक पहुंचिया ना, जिथे भी होवे, जिस भी हालत च होवे, जदों तेरे कन्नी गुरु का हुक्म पै गया, दूजा काम कोई नहीं करना, उस वक्त साडे हुक्म नूं मनना है ते साडे वाले पासे तुर पैना। कहण लगा जी ठीक। हुण इतिहास कहंदा कि अध च सी लावां ते गुरु का हुक्म पहुंच गया, विचों ही छड्ड के तुर पिया कि नहीं, उधर गुरु का सद्दा आ गया, गुरु का सद्दा आ गया। पर रस्ते च आउंदियां आउंदियां भटक गया मन, वेसवा दे द्वारे वाले पासे नूं भटक गया। ते जिन्ने कहा सी महाराज मैं तुहाडे जोगा, ते गुरु ने कहा जे तू साडे जोगा असी तेरे जोगे। ते वेख भूलै सिख गुरु समझाए, उजड़ जांदे मार्ग पाए। फिर गुरु वाकिया सिख जोगे बन के ते सिख दी पहरेदारी करदियां होया ते सिख नूं विकारां दे खूह दे विच डिग्गण तो बचाउंदे हन। भाई गुरदास साहब कहंदे सतगुर आगू जाणिए, बां पकड़ अंदले निस्तारे। जेड़ा किसी विषे विकार दे विच अन्ना भी हो जाता है ना, ते किस गुरु नूं समर्पित होया होवे, मन भटक भी जाए ते गुरु फिर आप आगू बन के उहनूं अज्ञानता दे विकारां दे बुराइयां दे खूह दे विच डिग्गण तो बचा लैंदे ने ते उहनूं शुद्ध निर्मल जीवन वाला बनाउंदे ने। इस करके गुरु अमरदास साहब कहंदे कहे नानक से पवित जिनी गुरमुख हर हर ध्याया। जिन्हां गुरु राही मालक नूं ध्याया, गुरु फिर आप अगवाई करके उन्हां नूं पवित्रता, निर्मलता, उच्चे आचार किरदार दी दात बख्शदे ने। अगली पौड़ी च महाराज कहंदे करमी सहज ना उपजै, विण सहजे सहसा ना जाए। करमी शब्द बाणी च बहुत वार आउंदा है। करमी आपो अपनी के नेड़ा के दूर, उत्थे ने आप करमी शब्द का अर्थ है कर्म। ਜਿਹੜੇ ਅਸੀਂ ਚੰਗੇ ਕਰਮ ਮਾੜੇ ਕਰਮ ਜੀਵਨ ਅੰਦਰ ਕਮਾਉਂਦੇ ਹਾਂ, ਉਹਨਾਂ ਕਰਮਾਂ ਦੀ ਗੱਲ ਹੈ। ਇੱਕ ਕਰਮੀ ਸ਼ਬਦ ਆਉਂਦਾ ਹੈ ਬਖਸ਼ਿਸ਼ ਦੇ ਅਰਥਾਂ ਦੇ ਵਿੱਚ ਵੀ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਉੱਥੇ ਹੈ ਇਹ ਜਿਹੜਾ ਸਰੀਰ ਰੂਪੀ ਕੱਪੜਾ ਸਾਨੂੰ ਮਿਲਿਆ ਹੈ ਨਾ, ਇਹ ਵਾਹਿਗੁਰੂ ਦੀ ਕਿਰਪਾ ਸਦਕਾ ਹੈ ਤੇ ਇਹਦੇ ਚੋਂ ਫਿਰ ਮੁਕਤੀ ਵੀ ਉਹਦੀ ਕਿਰਪਾ ਸਦਕਾ ਹੀ ਮਿਲਦੀ ਆ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਉੱਥੇ ਨਦਰੀ ਤੇ ਕਰਮੀ ਸ਼ਬਦ ਕਰੀਬਨ ਇੱਕੋ ਅਰਥ ਹਨ, ਬਖਸ਼ਿਸ਼। ਪਰ ਇੱਥੇ ਜਿਹੜਾ ਆਨੰਦ ਸਾਹਿਬ ਅੰਦਰ ਇਹ ਕਰਮੀ ਸਹਿਜ ਨਾ ਉਪਜੈ ਸ਼ਬਦ ਆਇਆ ਹੈ, ਇੱਥੇ ਕਰਮੀ ਦਾ ਅਰਥ ਕਰਮ ਨਹੀਂ ਹਨ, ਇੱਥੇ ਕਰਮੀ ਦਾ ਅਰਥ ਬਖਸ਼ਿਸ਼ ਵੀ ਨਹੀਂ ਹੈ। ਇੱਥੇ ਕਰਮੀ ਦਾ ਭਾਵ ਹੈ ਕਰਮ ਕਾਂਡ, ਧਰਮ ਦੇ ਨਾਮ ਤੇ ਕੀਤੇ ਜਾਣ ਵਾਲੇ ਵਿਖਾਵੇ ਵਾਲੇ ਕਰਮ। ਮਹਾਰਾਜ ਕਹਿੰਦੇ ਕਰਮੀ ਸਹਿਜ ਨਾ ਉਪਜੈ, ਕਰਮ ਕਾਂਡਾਂ ਦੇ ਨਾਲ ਜੀਵਨ 'ਚ ਸਹਿਜ ਨਹੀਂ ਬਣ ਸਕਦਾ। ਜੀਵਨ ਉੱਚੀ ਅਵਸਥਾ ਤੱਕ ਕਰਮ ਕਾਂਡਾਂ ਦੇ ਨਾਲ ਪਹੁੰਚ ਨਹੀਂ ਸਕਦਾ ਹੈ। ਆਤਮਿਕ ਅਡੋਲਤਾ ਨਹੀਂ ਬਣ ਸਕਦੀ ਕਰਮ ਕਾਂਡਾਂ ਦੇ ਨਾਲ। ਔਰ ਵਿਣ ਸਹਿਜੈ ਸਹਿਸਾ ਨਾ ਜਾਏ, ਤੇ ਜੇ ਜੀਵਨ ਅੰਦਰ ਸਹਿਜ ਨਹੀਂ ਹੈ ਤੇ ਮਨ ਦੇ ਸੰਸੇ, ਮਨ ਦੀਆਂ ਚਿੰਤਾਵਾਂ, ਮਨ ਦੇ ਫਿਕਰ ਖਤਮ ਨਹੀਂ ਹੋ ਸਕਦੇ। ਕਰਮ ਕਾਂਡਾਂ ਦੇ ਨਾਲ ਸਹਿਜ ਨਹੀਂ ਮਿਲਦਾ ਹੈ ਤੇ ਸਹਿਜ ਤੋਂ ਬਿਨਾਂ ਮਨ ਦੀਆਂ ਚਿੰਤਾਵਾਂ ਨਹੀਂ ਮੁੱਕਦੀਆਂ ਨੇ। ਬਲਕਿ ਇੱਕ ਜਗ੍ਹਾ ਸਤਿਗੁਰੂ ਕਹਿੰਦੇ ਕਰਮ ਕਾਂਡਾਂ ਦੇ ਨਾਲ ਮਨੁੱਖ ਦੇ ਅੰਦਰ ਬਣਦਾ ਕੀ ਹੈ? ਕਰਮ ਕਾਂਡ ਬਹੁ ਕਰੈ ਅਚਾਰ, ਬਿਨ ਨਾਵੇਂ ਤ੍ਰਿਗ ਤ੍ਰਿਗ ਅਹੰਕਾਰ।
ਬੰਦਾ ਕਰਮ ਕਾਂਡ ਕਰਦਾ ਹੈ ਤੇ ਹੁੰਦਾ ਕੀ ਹੈ ਫਿਰ? ਹੰਕਾਰ ਕਿ ਮੈਂ ਉਹ ਵੀ ਕਰਮ ਕੀਤਾ, ਮੈਂ ਆ ਵੀ ਕਰਮ ਕੀਤਾ। ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਕਰਮ ਕਾਂਡ ਕੀਤੇ, ਮਨ ਚ ਹੰਕਾਰ ਰੱਖ ਲਿਆ। ਬਾਹਰ ਧੋਤੀ ਤੁਮੜੀ ਅੰਦਰ ਵਿਸ਼ ਨਿਕੋਰ। ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾਂ ਚੋਰ। ਕਿਉਂਕਿ ਇੱਕ ਪੋ ਲੱਥੀ ਨਾਤਿਆਂ ਦੋਏ ਪੋ ਚੜੀਏ ਸਹੋਰ। ਕਰਮ ਕਾਂਡ ਕੀਤਾ ਤੀਰਥ ਇਸ਼ਨਾਨ ਦਾ, ਸਰੀਰ ਦੀ ਮੈਲ ਤੇ ਉਤਰੀ ਪਰ ਅੰਦਰ ਮਨ ਹੰਕਾਰ ਦੀ ਮੈਲ ਬਣ ਗਈ। ਸੋ ਗੁਰੂ ਕਹਿੰਦੇ ਕਰਮ ਕਾਂਡਾਂ ਦੇ ਨਾਲ ਸਹਿਜ ਨਹੀਂ ਮਿਲਦਾ। ਸਹਿਜ ਤੋਂ ਬਿਨਾਂ ਅੰਦਰ ਦੇ ਸੰਸੇ ਖਤਮ ਨਹੀਂ ਹੁੰਦੇ। ਸਹਿਜ ਤੋਂ ਬਿਨਾਂ ਅੰਦਰ ਦੀਆਂ ਚਿੰਤਾਵਾਂ ਤੇ ਫਿਕਰ ਖਤਮ ਨਹੀਂ ਹੁੰਦੇ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਕਹਿੰਦੇ ਅਸੀਂ ਬੜੇ ਕਰਮ ਕਮਾ ਕੇ, ਭਾਵ ਕਰਮ ਕਾਂਡ ਕਰਕੇ ਵੇਖੇ। ਔਰ ਗੁਰੂ ਅਮਰਦਾਸ ਜੀ ਦੀ ਜ਼ਿੰਦਗੀ ਦੇ ਪਹਿਲੇ 62 ਵਰਿਆਂ ਦਾ ਇਤਿਹਾਸ ਸਾਡੇ ਸਾਹਮਣੇ ਹੈ। ਕਿੰਨੇ ਕਰਮ ਕਾਂਡ ਕੀਤੇ, ਕਿੰਨੀ ਵਾਰ ਗੰਗਾ ਦੀ ਯਾਤਰਾ ਤੇ ਗਏ, ਹੋਰ ਕਿੰਨੇ ਤਰ੍ਹਾਂ ਦੇ ਧਰਮ ਕਰਮ ਕਾਂਡ ਉਹ ਕਰਦੇ ਸਨ, ਪਰ ਗੱਲ ਨਹੀਂ ਬਣੀ। ਅੰਦਰ ਜੀਵਨ ਸਹਿਜ ਅਵਸਥਾ 'ਚ ਕਦੋਂ ਪਹੁੰਚਿਆ ਸੀ? ਜਦੋਂ ਪੂਰੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ 'ਚ ਗਏ ਸਨ। ਉਹਦੇ ਤੋਂ ਬਿਨਾਂ ਤੇ ਅੰਦਰ ਭਟਕਣਾ 'ਚ ਸੀ। ਅੰਦਰ ਠਹਿਰਾਓ ਨਹੀਂ, ਅੰਦਰ ਟਿਕਾਓ ਨਹੀਂ, ਅੰਦਰ ਸਹਿਜ ਵਾਲੀ ਕੋਈ ਗੱਲ ਨਹੀਂ ਸੀ। ਗੁਰੂ ਤੋਂ ਬਿਨਾਂ ਉਹ ਸਹਿਜ ਨਹੀਂ। ਸੋ ਉਹ ਕਹਿੰਦੇ ਅਸੀਂ ਬੜੇ ਕਰਮ ਕਮਾ ਕੇ ਵੇਖੇ ਨੇ, ਕਰਮ ਕਾਂਡਾਂ ਦੇ ਨਾਲ ਸਹਿਜ ਨਹੀਂ ਜੇ, ਟਿਕਾ ਨਹੀਂ ਜੇ, ਠਹਿਰਾ ਨਹੀਂ ਜੇ। ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜੇ ਅੰਦਰ ਸਹਿਸੇ ਹਨ, ਫਿਕਰ ਹਨ, ਫਿਰ ਤਾਂ ਅੰਦਰ ਮੈਲ ਬਣੀ ਰਹਿੰਦੀ ਹੈ। ਜਿਹੜਾ ਬੰਦਾ ਹਰ ਵਕਤ ਕੇਵਲ ਬਾਹਰ ਦੀਆਂ ਸੰਸਾਰ ਦੀਆਂ ਕਲਪਨਾ 'ਚ ਹੀ ਲੱਗਿਆ ਰਹਿੰਦਾ ਹੈ ਨਾ, ਤੇ ਅਕਸਰ ਫਿਰ ਉਹਦੇ ਮਨ ਅੰਦਰ ਧਨ ਦੀਆਂ, ਮਾਇਆ ਦੀਆਂ, ਪਦਾਰਥਾਂ ਦੀਆਂ ਇਹੀ ਕਲਪਨਾ ਬਣਦੀਆਂ ਨੇ, ਜਾਂ ਦੂਜੇ ਪ੍ਰਤੀ ਈਰਖਾ ਤੇ ਵੈਰ ਵਿਰੋਧ ਦੀਆਂ ਕਲਪਨਾ ਮਨ ਅੰਦਰ ਚੱਲਦੀਆਂ ਹਨ। ਪਦਾਰਥਵਾਦੀ, ਕਿਉਂਕਿ ਜਿਹੜੇ ਸਮਾਜ ਅੰਦਰ, ਸੰਸਾਰ ਅੰਦਰ ਅਸੀਂ ਵਿਚਰਦੇ ਹਾਂ, ਸਾਡਾ ਵਾਹ ਵਾਸਤਾ ਲਗਾਤਾਰ ਉਹਨਾਂ ਲੋਕਾਂ ਦੇ ਨਾਲ ਪੈਂਦਾ ਹੈ ਜਿਨ੍ਹਾਂ ਦੀ ਸੋਚ ਕੇਵਲ ਸੰਸਾਰ ਤੱਕ ਸੀਮਤ ਹੈ। ਫਿਰ ਮਾਇਆ ਦਾ ਆਪਣਾ ਪ੍ਰਭਾਵ ਹੈ। ਮਾਇਆ ਦੇ ਪ੍ਰਭਾਵ ਕਰਕੇ ਬੰਦਾ ਦਿਨ ਰਾਤ ਮਾਇਆ ਮਨੋ ਨ ਵਿਸਰੈ, ਮੰਗੈ ਦਮਾ ਦਮ। ਸੋ ਪ੍ਰਭ ਚਿਤ ਨ ਆਵਈ ਨਾਨਕ ਨਹੀਂ ਕਰਮ। ਰੱਬ ਚੇਤੇ ਨਹੀਂ ਹੈ, ਨਾ ਰੱਬ ਨੂੰ ਚੇਤੇ ਕਰਨ ਵਾਲੇ ਕੋਈ ਕਰਮ ਕਰਦਾ ਹੈ। ਦਿਨੇ ਵੀ ਮਾਇਆ ਦੇ ਸੁਪਨੇ, ਰਾਤੀ ਵੀ ਮਾਇਆ ਦੇ ਸੁਪਨੇ। ਬਸ ਇੱਥੇ ਸੁਰਤ ਅਟਕੀ ਰਹਿੰਦੀ ਹੈ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਪਾਤਸ਼ਾਹ ਜੀ ਕਹਿੰਦੇ ਅੰਦਰ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਹੁਣ ਕਿਵੇਂ ਅੰਦਰ ਨੂੰ ਧੋਤਾ ਜਾ ਸਕਦਾ ਹੈ ਕਿ ਮਾਇਆ ਦੇ ਸੰਸੇ ਅੰਦਰ ਤੋਂ ਖਤਮ ਹੋਣ, ਮਾਇਆ ਦੀਆਂ ਚਿੰਤਾਵਾਂ ਅੰਦਰ ਤੋਂ ਖਤਮ ਹੋਣ, ਅੰਦਰ ਦੀ ਮਲੀਨਤਾ ਖਤਮ ਹੋਵੇ। ਕਿਤ ਸੰਜਮ ਧੋਤਾ ਜਾਏ, ਕਿਹੜੇ ਤਰੀਕੇ ਦੇ ਨਾਲ ਅੰਦਰ ਨੂੰ ਧੋਈਏ? ਅੱਗੇ ਫਿਰ ਗੁਰੂ ਉਹਦਾ ਤਰੀਕਾ ਦੱਸਦੇ। ਹਾਲਾਂਕਿ ਪਿਛਲੀ ਪੌੜੀ ਅੰਦਰ ਵੀ ਮਹਾਰਾਜ ਨੇ ਉਹ ਤਰੀਕਾ ਸਮਝਾਇਆ ਕਿ ਕਿਵੇਂ ਪਵਿੱਤਰ ਬਣ ਸਕਦੇ ਹਨ। ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲਾਏ। ਜੇ ਅੰਦਰ ਨੂੰ ਧੋਣਾ ਹੈ, ਮਨ ਧੋਵੋ। ਕਿਹੜੇ ਤਰੀਕੇ ਦੇ ਨਾਲ ਧੋਵੋ? ਸ਼ਬਦ ਲਾਗੋ। ਸ਼ਬਦ ਗੁਰੂ ਕੀ ਬਾਣੀ ਦੇ ਨਾਲ ਜੁੜੋ, ਗੁਰੂ ਨਾਲ ਜੁੜੋ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਮਹਾ ਵਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਘਾਰੇ। ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਜੁੜਦਾ ਗਿਆ, ਗੁਰੂ ਰਹਿਮਤ ਕਰਕੇ ਉਹਦੇ ਅੰਦਰ ਨੂੰ ਸ਼ੁੱਧ ਤੇ ਨਿਰਮਲ ਬਣਾਉਂਦੇ ਜਾਂਦੇ ਹਨ। ਸੋ ਮਹਾਰਾਜ ਕਹਿੰਦੇ ਇੱਕ ਤੇ ਸ਼ਬਦ ਲਾਗੋ, ਸ਼ਬਦ ਬਾਣੀ ਦੇ ਨਾਲ ਜੁੜੋ ਜੇ ਅੰਦਰ ਨੂੰ ਨਿਰਮਲ ਬਣਾਉਣਾ ਮਨ ਨੂੰ। ਹਰ ਸਿਉ ਰਹੋ ਚਿੱਤ ਲਾਏ। ਆਪਣੇ ਚਿੱਤ ਨੂੰ, ਆਪਣੇ ਧਿਆਨ ਨੂੰ, ਆਪਣੇ ਮਨ ਨੂੰ ਹਰ ਸਿਉ ਰਹੋ ਚਿੱਤ ਲਾਏ। ਹਮੇਸ਼ਾ ਮਾਲਕ ਦੇ ਨਾਲ ਧਿਆਨ ਜੋੜ ਕੇ ਰੱਖਣਾ, ਸੱਚੀ ਪ੍ਰੀਤ ਨਿਰੰਕਾਰ ਦੇ ਨਾਲ ਪਾ ਕੇ ਰੱਖਣੀ ਆ। ਕਿਉਂਕਿ ਜਿਹਦੇ ਨਾਲ ਮਨੁੱਖ ਦੀ ਪ੍ਰੀਤ ਹੋਵੇ, ਧਿਆਨ ਦੇ ਵਿੱਚ ਉਹੀ ਹੁੰਦਾ ਹੈ। ਜੇ ਸੰਸਾਰ ਦੀ ਪ੍ਰੀਤ ਹੈ, ਧਿਆਨ 'ਚ ਸੰਸਾਰ ਹੋਵੇਗਾ, ਤੇ ਜੇ ਨਿਰੰਕਾਰ ਦੀ ਪ੍ਰੀਤ ਹੈ, ਫਿਰ ਧਿਆਨ 'ਚ ਸੰਸਾਰ ਹੋਵੇਗਾ। ਭਗਤ ਜੀ ਇਸੇ ਕਰਕੇ ਕਹਿੰਦੇ, ਵਾਹਿਗੁਰੂ ਜੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ
ਅਵਰ ਸੰਗ ਤੋਰੀ। ਅਖੀਰ 'ਚ ਫਿਰ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸੈਸਾ ਇਵ ਜਾਏ। ਕਹਿੰਦੇ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਨਾ, ਫਿਰ ਸਹਿਜ ਉਪਜੈ, ਜੀਵਨ ਦੇ ਵਿੱਚ ਸਹਿਜ ਬਣਦਾ ਹੈ, ਆਤਮਿਕ ਅਡੋਲਤਾ ਬਣਦੀ ਹੈ। ਜਦੋਂ ਗੁਰੂ ਕਿਰਪਾ ਕਰਦੇ ਨੇ, ਗੁਰੂ ਬਖਸ਼ਿਸ਼ ਤੇ ਆਪਣੀ ਨਜ਼ਰ ਵਰਤਾਉਂਦੇ ਨੇ, ਤੇ ਜਦੋਂ ਗੁਰੂ ਦੀ ਕਿਰਪਾ ਸਦਕਾ ਅੰਦਰ ਸਹਿਜ ਬਣਦਾ ਹੈ। ਸਹਿਜ ਮਿਲਿਆ ਪ੍ਰਵਾਨ, ਹੁਣ ਅੰਦਰ ਐਨ ਅਡੋਲਤਾ ਵਾਲੀ ਬਿਰਤੀ ਬਣ ਗਈ ਹੈ। ਤੇ ਇਹ ਸਹਿਸਾ ਇਵ ਜਾਏ, ਫਿਰ ਅੰਦਰ ਦੇ ਚਿੰਤਾ ਝੋਰੇ ਫਿਕਰ ਤੌਖਲੇ ਵੀ ਗੁਰੂ ਦੀ ਕਿਰਪਾ ਸਦਕਾ ਮੁੱਕ ਜਾਂਦੇ, ਕਿਉਂਕਿ ਭਰੋਸਾ ਗੁਰੂ ਤੇ ਵੱਜ ਜਾਂਦਾ ਹੈ, ਵਿਸ਼ਵਾਸ ਗੁਰੂ ਤੇ ਵੱਜ ਜਾਂਦਾ ਹੈ। ਬੇਭਰੋਸੇ ਤੇ ਬੇਪ੍ਰਤੀਤੀ ਵਾਲੇ ਮਨ ਅੰਦਰ ਹਮੇਸ਼ਾ ਸ਼ੰਕੇ ਪੈਦਾ ਹੁੰਦੇ, ਸੰਸਾਰੀ ਤੌਰ ਤੇ ਵੀ, ਵਿਹਾਰੀ ਤੌਰ ਤੇ, ਪਦਾਰਥਵਾਦੀ ਤੌਰ ਤੇ ਵੀ। ਜੇ ਅਸੀਂ ਕਿਸੇ ਐਸੇ ਬੰਦੇ ਦੇ ਨਾਲ ਲੈਣ ਦੇਣ ਰੱਖਿਆ ਜਿਹਦੇ ਤੇ ਸਾਨੂੰ ਭਰੋਸਾ ਨਹੀਂ ਹੈ, ਪੈਸੇ ਦੇ ਦਿੱਤੇ, ਪਰ ਹੁਣ ਮਨ 'ਚ ਚਿੰਤਾ ਲੱਗੀ ਰਹਿੰਦੀ, ਪਤਾ ਨਹੀਂ ਵਾਪਸ ਕਰੇਗਾ ਕਿ ਨਹੀਂ ਕਰੇਗਾ। ਕਿਉਂ? ਕਿਉਂਕਿ ਉਹਦੇ ਤੇ ਭਰੋਸਾ ਨਹੀਂ ਹੈ। ਤੇ ਜਦੋਂ ਮਨੁੱਖ ਦੇ ਮਨ ਅੰਦਰ ਗੁਰੂ ਪ੍ਰਤੀ ਭਰੋਸਾ ਬਣਦਾ ਤੇ ਗੁਰੂ ਦੀ ਕਿਰਪਾ ਰਹਿਮਤ ਇਹਦੇ ਤੇ ਬਣਦੀ ਹੈ, ਫਿਰ ਮਨ 'ਚ ਪੈਦਾ ਹੋਣ ਵਾਲੇ ਜਿਹੜੇ ਵਿਅਰਥ ਦੇ ਸੰਸ਼ੇ ਨੇ, ਸ਼ੰਕੇ ਨੇ, ਡਰ ਨੇ, ਭੈ ਨੇ, ਗੁਰੂ ਕਿਰਪਾ ਕਰਕੇ ਉਹ ਖਤਮ ਕਰ ਦਿੰਦੇ। ਔਰ ਗੁਰ ਪ੍ਰਸਾਦੀ ਸਹਿਜ ਉਪਜਾ, ਗੁਰੂ ਦੀ ਕਿਰਪਾ ਸਦਕਾ ਜੀਵਨ 'ਚ ਸਹਿਜ, ਜੀਵਨ 'ਚ ਟਿਕਾ ਤੇ ਆਤਮਿਕ ਅਡੋਲਤਾ ਵਾਲੀ ਅਵਸਥਾ ਬਣਦੀ ਹੈ, ਜਿਹੜੀ ਆਨੰਦ ਅਵਸਥਾ ਤੱਕ ਖੜਨ ਦੇ ਵਿੱਚ ਸਹਾਈ ਹੁੰਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਇਹ ਪਾਵਨ ਉਪਦੇਸ਼ ਸਾਡਿਆਂ ਹਿਰਦਿਆਂ 'ਚ ਵਸਣ, ਜੀਵਨ ਸਫਲ ਹੋਵੇ ਜੀ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ